ਪਿਆਰੇ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਜਾਬ ਐਗਜ਼ਾਮ ਵਾਰੀਅਰ ਦੇ ਉੱਤੇ। ਦੋਸਤੋ, ਜਿਸ ਟੌਪਿਕ ਦੀ ਅੱਜ ਆਪਾਂ ਚਰਚਾ ਕਰਨ ਜਾ ਰਹੇ ਹਾਂ ਉਸ ਟੌਪਿਕ ਦਾ ਨਾਮ ਹੈ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ, ਜਾਂ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ। ਜਿਵੇਂ ਆਪਾਂ ਇਹਦਾ ਕਵਰ ਦੇਖ ਰਹੇ ਹਾਂ ਅਤੇ ਇਹਦੇ ਨੀਚੇ ਸਤਿਅਮੇਵ ਜਯਤੇ ਲਿਖਿਆ ਹੋਇਆ, ਤਾਂ ਸਾਨੂੰ ਪੇਪਰ ਦੇ ਵਿੱਚ ਇਹ ਵੀ ਸਵਾਲ ਪੁੱਛ ਲਿਆ ਜਾਂਦਾ ਕਿ ਜਿਹੜਾ ਸਾਡਾ ਇਹ ਸਤਿਅਮੇਵ ਜਯਤੇ ਹੈ ਇਹ ਕਿੱਥੋਂ ਲਿਆ ਗਿਆ। ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜਾ ਇਹ ਮੁੰਡਕ ਉਪਨਿਸ਼ਦ ਸੀਗਾ ਉਹਦੇ ਵਿੱਚ ਜਿਹੜਾ ਸਤਿਅਮੇਵ ਜਯਤੇ ਹੈ ਇਹ ਜਿਹੜਾ ਲੋਗੋ ਲਿਆ ਗਿਆ। ਜਿਹੜਾ ਸਾਡਾ ਨੈਸ਼ਨਲ ਐਂਬਲਮ ਹੈ ਇਹ ਸਾਰਨਾਥ ਦਾ ਸਤੰਭ ਸੀਗਾ ਅਸ਼ੋਕ ਦਾ, ਉੱਥੋਂ ਹੀ ਲਿਆ ਗਿਆ। ਸੋ ਦੋਸਤੋ, ਹੁਣ ਆਪਾਂ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਇਹ ਵੀਡੀਓ। ਤਾਂ ਤੁਸੀਂ ਨੇ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ। ਸਭ ਤੋਂ ਪਹਿਲਾਂ ਦੇ ਬੇਸਿਕ ਪੁਆਇੰਟ ਨੇ ਜਿਹੜੇ ਸਾਡੇ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਨੇ, ਇਹ ਸਾਡੇ ਸੰਵਿਧਾਨ ਦੇ ਭਾਗ ਚੌਥੇ ਦੇ ਵਿੱਚ ਅਤੇ ਆਰਟੀਕਲ 36 ਤੋਂ ਲੈ ਕੇ ਆਰਟੀਕਲ 51 ਤੱਕ ਦਰਜ ਨੇ। ਇੱਥੇ PDF ਦੇ ਵਿੱਚ ਗਲਤੀ ਨਾਲ 511 ਪੈ ਗਿਆ, ਤਾਂ ਤੁਸੀਂ ਯਾਦ ਰੱਖਣਾ ਕਿ ਸਾਡੇ ਸੰਵਿਧਾਨ ਦੇ ਭਾਗ ਚੌਥੇ ਵਿੱਚ ਅਤੇ ਆਰਟੀਕਲ 36 ਤੋਂ ਲੈ ਕੇ 51 ਤੱਕ ਜਿਹੜੇ ਸਾਡੇ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਨੇ ਉਹ ਦਰਜ ਨੇ। ਅਗਲੀ ਗੱਲ ਕੀ ਹੈ, ਜਿਹੜੇ ਸਾਡੇ ਇਹ ਡਾਇਰੈਕਟਿਵ ਪ੍ਰਿੰਸੀਪਲ ਨੇ ਇਹ ਲਏ ਕਿੱਥੋਂ ਗਏ ਨੇ। ਤਾਂ ਅਸੀਂ ਯਾਦ ਰੱਖਣਾ ਹੈਗਾ ਕਿ ਜਿਹੜੇ ਸਾਡੇ ਇਹ ਡਾਇਰੈਕਟਿਵ ਪ੍ਰਿੰਸੀਪਲਸ ਨੇ ਇਹ ਆਇਰਲੈਂਡ ਦੇ ਸੰਵਿਧਾਨ ਤੋਂ ਲਏ ਗਏ ਨੇ 1937 ਦੇ ਵਿੱਚ। ਅੱਗੇ ਅਸੀਂ ਇਹ ਵੀ ਗੱਲ ਯਾਦ ਰੱਖਣੀ ਹੈ ਕਿ ਜਿਹੜਾ ਆਇਰਲੈਂਡ ਹੈ, ਆਇਰਲੈਂਡ ਨੇ ਕਿੱਥੋਂ ਕਾਪੀ ਕੀਤੇ ਸੀਗੇ। ਤਾਂ ਆਇਰਲੈਂਡ ਨੇ ਇਹ ਸਪੇਨ ਦੇ ਕਾਨਸਟੀਟਿਊਸ਼ਨ ਤੋਂ ਜਿਹੜੇ ਸੀਗੇ ਕਾਪੀ ਕੀਤੇ ਸੀਗੇ। ਅਤੇ ਤੁਹਾਨੂੰ ਇਹ ਪਤਾ ਲੱਗ ਗਿਆ ਹੋਣਾ ਕਿ ਜਿਹੜੇ ਸਾਡਾ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਨੇ ਉਹ ਆਇਰਲੈਂਡ ਦੇ ਜਿਹੜਾ ਸੰਵਿਧਾਨ ਆ ਉਹ ਤੋਂ ਕਾਪੀ ਕੀਤੇ ਗਏ ਨੇ। ਇਸ ਤੋਂ ਬਾਅਦ ਜਿਹੜੇ ਸਾਡੇ ਬਾਬਾ ਸਾਹਿਬ ਅੰਬੇਦਕਰ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸਾਡੇ ਸੰਵਿਧਾਨ ਦੇ ਇਹ ਕੀ ਨੇਗੇ, ਨੋਵਲ ਫੀਚਰ ਨੇ। ਨੋਵਲ ਫੀਚਰ ਤੋਂ ਭਾਵ ਕਿ ਨਵੀਆਂ ਵਿਸ਼ੇਸ਼ਤਾਵਾਂ ਨੇ ਇਹਦੀਆਂ, ਜਾਂ ਆਪਾਂ ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਦੀਆਂ ਇੰਸਟਰਕਸ਼ਨਸ ਨੇ ਜਿਹੜੀਆਂ ਸਾਡੇ ਸੰਵਿਧਾਨ ਦੇ ਵਿੱਚ ਦਿੱਤੀਆਂ ਗਈਆਂ ਨੇ। ਫਿਰ ਆਪਾਂ ਨੇ ਕਲਾਸੀਫਿਕੇਸ਼ਨ ਕਰਦੇ ਹਾਂ। ਆਪਾਂ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਸਮਾਜਵਾਦੀ ਜਿਹੜੇ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਨੇ, ਉਹਦੇ ਵਿੱਚ ਸਾਡੇ ਕੋਲ ਪਹਿਲਾਂ ਆਰਟੀਕਲ 38 ਆਉਂਦਾ। ਆਰਟੀਕਲ 38 ਦੇ ਵਿੱਚ ਕੀ ਹੈਗਾ ਕਿ ਟੂ ਪ੍ਰਮੋਟ ਦਾ ਵੈਲਫੇਅਰ ਆਫ ਦਾ ਪੀਪਲ ਐਂਡ ਮਿਨੀਮਾਈਜ਼ ਇਨਕੁਐਲਿਟੀਜ਼ ਇਨ ਇਨਕਮ ਸਟੇਟਸ ਫੈਸਿਲਿਟੀਜ਼ ਐਂਡ ਅਪਰਚੁਨਿਟੀ, ਕਿ ਵੱਧ ਤੋਂ ਵੱਧ ਜਿਹੜਾ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਨੀਆਂ, ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨੇ, ਅਤੇ ਜਿਹੜਾ ਉਹਨਾਂ ਦੀ ਆਪਾਂ ਕਹਿ ਸਕਦੇ ਹਾਂ ਕਿ ਇਨਕਮ ਦੇ ਵਿੱਚ ਖੱਪ ਹੈਗਾ ਉਹ ਜਿਹੜੀ ਇਨਕੁਐਲਿਟੀ ਹੈ ਉਹਨੂੰ ਅਸੀਂ ਦੂਰ ਕਰਨਾ, ਉਹਦੇ ਸਟੇਟਸ ਨੂੰ ਅੱਗੇ ਲੈ ਕੇ ਜਾਣਾ। ਆਰਟੀਕਲ 39 ਦੇ ਵਿੱਚ ਇਹ ਹੈ ਕਿ ਜਿੰਨੇ ਵੀ ਸਾਡੇ ਮਟੀਰੀਅਲ ਰਿਸੋਰਸਿਸ ਨੇ, ਜਿੰਨੇ ਵੀ ਸਾਡੇ ਕੋਲ ਆਪਾਂ ਕਹਿ ਸਕਦੇ ਹਾਂ ਕਿ ਭੌਤਿਕ ਸਾਧਨ ਨੇ, ਉਹਨਾਂ ਦੀ ਵੰਡ ਇਸ ਤਰ੍ਹਾਂ ਕੀਤੀ ਜਾਵੇ ਕਿ ਸਾਰੇ ਲੋਕਾਂ ਨੂੰ ਉਹਦਾ ਬਣਦਾ ਜਿਹੜਾ ਹੱਕ ਹੈ ਉਹ ਮਿਲੇ। ਕਿ ਜਿੰਨੇ ਸਾਡੇ ਕੋਲ ਪ੍ਰੋਡਕਸ਼ਨ ਦੇ ਸਿਧਾਂਤ ਨੇ, ਪ੍ਰੋਡਕਸ਼ਨ ਦੇ ਸਾਡੇ ਕੋਲ ਸਰੋਤ ਨੇ, ਉਹਨਾਂ ਦੀ ਕੀ ਹੈ ਇਕੁਅਲ ਡਿਸਟਰੀਬਿਊਸ਼ਨ ਹੋਵੇ। ਇਹ ਨਾ ਹੋਵੇ ਕਿ ਜਿਹੜਾ ਅਮੀਰ ਬੰਦਾ ਉਹਨੂੰ ਵੱਧ ਤੋਂ ਵੱਧ ਜਿਹੜਾ ਮਿਲੇ ਜਾਵੇ ਅਤੇ ਜਿਹੜਾ ਗਰੀਬ ਬੰਦਾ ਉਹਨੂੰ ਕੁਝ ਵੀ ਨਾ ਮਿਲੇ। ਇਸ ਨਾਲ ਕੀ ਹੋਊਗਾ, ਜਿਹੜਾ ਸਾਡਾ ਅਮੀਰੀ ਗਰੀਬੀ ਦਾ ਉਹ ਖੱਪਾ ਵਧੂਗਾ, ਜਿਹੜਾ ਕਿ ਆਪਾਂ ਦੇਖਦੇ ਹਾਂ ਕਿ ਜਿਹੜੀ ਸਾਡੀ ਯਥਾਰਥਵਾਦੀ ਜ਼ਿੰਦਗੀ ਉਹਦੇ ਵਿੱਚ ਇਸ ਤਰ੍ਹਾਂ ਹੋ ਰਿਹਾ। ਪਰੰਤੂ ਜਿਹੜਾ ਸਾਡਾ ਸੰਵਿਧਾਨ ਦਾ ਆਰਟੀਕਲ 39 ਆ ਉਹ ਇਹੀ ਗੱਲ ਕਹਿੰਦਾ ਕਿ ਜਿੰਨੇ ਵੀ ਸਾਡੇ ਕੋਲ ਸਰੋਤ ਨੇ ਉਹਨਾਂ ਦੀ ਬਰਾਬਰ ਤੌਰ 'ਤੇ ਵੰਡ ਕੀਤੀ ਜਾਵੇ। ਇਸ ਤੋਂ ਬਾਅਦ ਸਾਡੇ ਕੋਲ ਆਰਟੀਕਲ 39A ਹੈ। ਆਰਟੀਕਲ 39A ਦੇ ਵਿੱਚ ਕੀ ਹੈ ਕਿ ਹਰ ਇੱਕ ਵਿਅਕਤੀ ਨੂੰ ਬਿਨਾਂ ਕਿਸੇ ਨਸਲ, ਰੰਗ, ਭੇਦਭਾਵ ਤੋਂ ਬਿਨਾਂ ਪ੍ਰੋਪਰ ਕੀ ਮਿਲਣਾ ਚਾਹੀਦਾ, ਜਸਟਿਸ, ਨਿਆਂ ਮਿਲਣਾ ਚਾਹੀਦਾ। ਅਤੇ ਜੇਕਰ ਕੋਈ ਬੰਦਾ ਉਹਦੇ ਕਿਸੇ ਤਰ੍ਹਾਂ ਦੇ ਕੋਈ ਆਪਾਂ ਕਹਿ ਸਕਦੇ ਹਾਂ ਕਿ ਅਧਿਕਾਰ ਨੇ ਉਹ ਵਾਇਲੇਟ ਹੁੰਦੇ ਨੇ, ਤਾਂ ਉਸ ਤਰ੍ਹਾਂ ਦੇ ਵਿਅਕਤੀ ਨੂੰ ਜਿਹੜੀ ਫ੍ਰੀ ਏਡ ਹੈ, ਫ੍ਰੀ ਲੀਗਲ ਏਡ ਹੈ ਉਹ ਵੀ ਮਿਲਣੀ ਚਾਹੀਦੀ ਹੈ, ਤਾਂ ਕਿ ਉਹ ਬਣਦਾ ਜਿਹੜਾ ਇਨਸਾਫ ਹੈ ਉਹ ਪ੍ਰਾਪਤ ਕਰ ਸਕੇ। ਇਸ ਤੋਂ ਬਾਅਦ ਆਰਟੀਕਲ 41 ਆਉਂਦਾ। ਆਰਟੀਕਲ 41 ਦੇ ਵਿੱਚ ਕੀ ਹੈ ਕਿ ਹਰ ਇੱਕ ਵਿਅਕਤੀ ਨੂੰ ਕੰਮ ਕਰਨ ਦਾ ਅਧਿਕਾਰ ਹੈ, ਐਜੂਕੇਸ਼ਨ ਪ੍ਰਾਪਤ ਕਰਨ ਦਾ ਅਧਿਕਾਰ ਹੈ। ਕਿਸੇ ਵਿਅਕਤੀ ਨੂੰ ਕੰਮ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ ਅਤੇ ਕਿਸੇ ਵੀ ਵਿਅਕਤੀ ਨੂੰ ਕਿਸੇ ਤਰ੍ਹਾਂ ਦਾ ਭੇਦਭਾਵ ਕਰਕੇ ਉਹਨੂੰ ਉਹਦੀ ਜਿਹੜੀ ਐਜੂਕੇਸ਼ਨ ਹੈ ਉਹ ਤੋਂ ਲੈਣ ਤੋਂ ਨਹੀਂ ਰੋਕਿਆ ਜਾ ਸਕਦਾ। ਅੱਗੇ ਆਰਟੀਕਲ 42 ਹੈ। ਆਰਟੀਕਲ 42 ਦੇ ਵਿੱਚ ਕੀ ਹੈਗਾ ਕਿ ਪ੍ਰੋਵੀਜ਼ਨ ਫॉर ਜਸਟ ਐਂਡ ਹਿਊਮਨ ਕੰਡੀਸ਼ਨ ਆਫ ਵਰਕ ਐਂਡ ਮੈਟਰਨਿਟੀ ਲੀਵ, ਕਿ ਜਿਹੜਾ ਵਿਅਕਤੀ ਕਿਸੇ ਜਗ੍ਹਾ 'ਤੇ ਆਪਣੀ ਉਪਜੀਵਕਾ ਕਮਾਉਣ ਵਾਸਤੇ ਕਾਰਜ ਕਰਦਾ, ਉੱਥੇ ਜਿਹੜਾ ਕੰਮ ਕਰਨ ਦੇ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਸਿਸਟਮ ਹੈ ਉਹ ਜਿਉਣਯੋਗ ਹੋਵੇ, ਜਾਂ ਇਹ ਹੋਵੇ ਕਿ
ਉਹਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਮਾਨਸਿਕ ਤੌਰ 'ਤੇ, ਸਰੀਰਕ ਤੌਰ 'ਤੇ ਉਹਨੂੰ ਕਿਸੇ ਤਰ੍ਹਾਂ ਦੀ ਬਿਮਾਰੀ ਲੱਗਣ ਦਾ ਡਰ ਨਾ ਹੋਵੇ। ਉਹਨੂੰ ਪ੍ਰੋਪਰ ਜਿਹੜੀਆਂ ਸਹੂਲਤਾਂ ਨੇ ਉਹ ਮਿਲਣੀਆਂ ਚਾਹੀਦੀਆਂ ਨੇ। ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਮੈਟਰਨਿਟੀ ਰਿਲੀਫ ਹੈ, ਮਤਲਬ ਜੇ ਕੋਈ ਕਿਸੇ ਔਰਤ ਨੂੰ ਕੰਮ ਕਰਦੀ ਹੈ, ਜੋ ਕਿਸੇ ਫੈਕਟਰੀ ਦੇ ਵਿੱਚ ਕੰਮ ਕਰਦੀ ਹੈ ਉਹ, ਜਾਂ ਕਿਤੇ ਵੀ ਕੰਮ ਕਰਦੀ ਹੈ, ਕਿਸੇ ਆਫਿਸ ਦੇ ਵਿੱਚ ਕੰਮ ਕਰਦੀ ਹੈ, ਤਾਂ ਜਦੋਂ ਉਹਨੂੰ ਪ੍ਰੈਗਨੈਂਸੀ ਹੈ ਤਾਂ ਉਸ ਟਾਈਮ ਦੇ ਵਿੱਚ ਉਹਨੂੰ ਕੀ ਹੈ, ਛੁੱਟੀ ਲੈਣ ਦਾ ਪੂਰਾ ਅਧਿਕਾਰ ਹੋਣਾ ਚਾਹੀਦਾ। ਇਸ ਤੋਂ ਬਾਅਦ ਆਰਟੀਕਲ 43 ਦੇ ਵਿੱਚ ਕੀ ਹੈ, ਲਿਵਿੰਗ ਵੇਜਿਸ ਐਟਸੈਕਟਰਾ ਫॉर ਵਰਕਰਸ। ਇਹਦੇ ਵਿੱਚ ਅਸੀਂ ਕੀ ਕਹਿ ਸਕਦੇ ਹਾਂ ਕਿ ਜਿਹੜਾ ਉਹਦਾ ਮਿਹਨਤਾਨਾ ਬਣਦਾ, ਇਹ ਨਹੀਂ ਹੈ ਕਿ ਕਿਸੇ ਤੋਂ ਆਪਾਂ ਵਿਗਾੜ ਕਰਾ ਕੇ ਜਿਹੜਾ ਕੰਮ ਕਰਵਾ ਲਈਏ, ਜਾਂ ਕਿਸੇ ਤੋਂ ਜਬਰੀ ਮਜ਼ਦੂਰੀ ਕਰਵਾ ਲਈਏ, ਜਾਂ ਬੰਧੂਆ ਮਜ਼ਦੂਰੀ ਕਰਵਾ ਲਈਏ। ਇਸ ਤਰ੍ਹਾਂ ਦੀਆਂ ਗੱਲਾਂ ਦੇ ਉੱਤੇ ਜਿਹੜਾ ਸਾਡਾ ਸੰਵਿਧਾਨ ਆ ਉਹ ਪ੍ਰਤੀਬੰਧ ਲਾਉਂਦਾ, ਅਤੇ ਹਰ ਇੱਕ ਵਿਅਕਤੀ ਨੂੰ ਉਹਦੀ ਸਰੀਰਕ ਤੌਰ 'ਤੇ ਕੀਤੀ ਗਈ ਇਵਜ਼ ਵਜੋਂ, ਜਾਂ ਉਹਦੀ ਮਾਨਸਿਕ ਤੌਰ 'ਤੇ ਕੀਤੀ ਗਈ ਮਿਹਨਤ ਵਜੋਂ ਉਹਨੂੰ ਜਿਹੜਾ ਬਣਦਾ ਮਿਹਨਤਾਨਾ ਉਹ ਆਰਟੀਕਲ 43 ਦੇ ਅਧੀਨ ਹੈ ਜਿਹੜਾ ਉਹ ਮਿਲਣਾ ਚਾਹੀਦਾ। ਆਰਟੀਕਲ 43A ਦੇ ਵਿੱਚ ਕੀ ਹੈ, ਸੌਰੀ, ਟੂ ਟੇਕ ਸਟੈਪ ਟੂ ਸਿਕਿਉਰ ਦਾ ਪਾਰਟੀਸਪੇਸ਼ਨ ਆਫ ਵਰਕਰ ਇਨ ਦਾ ਮੈਨੇਜਮੈਂਟ ਆਫ ਇੰਡਸਟਰੀਜ਼। ਕਿ ਜਿੰਨੀਆਂ ਸਾਡੇ ਕੋਲ ਇੰਡਸਟਰੀਜ਼ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਕੰਮ ਕਰਨ ਦਾ ਮੌਕਾ, ਪਾਰਟੀਸਪੇਸ਼ਨ ਕਰਨ ਦਾ ਜਿਹੜਾ ਮੌਕਾ ਹੈ ਉਹ ਮਿਲਣਾ ਚਾਹੀਦਾ। ਇਸ ਤੋਂ ਬਾਅਦ ਆਰਟੀਕਲ 47 ਦੇ ਵਿੱਚ ਇਹ ਹੈ ਕਿ ਜਿਹੜੇ ਲੋਕ ਸਾਡੇ ਰਹਿ ਰਹੇ ਨੇ ਕਿ ਉਹਨਾਂ ਦੀ ਸਿਹਤ ਦਾ ਪੂਰਾ ਖਿਆਲ ਹੋਣਾ ਚਾਹੀਦਾ, ਉਹਨਾਂ ਨੂੰ ਜਿਹੜੀ ਪ੍ਰੋਪਰ ਨਿਊਟ੍ਰੀਸ਼ਨ ਹੈ ਉਹ ਮਿਲਣੀ ਚਾਹੀਦੀ ਹੈ, ਅਤੇ ਉਹਨਾਂ ਦਾ ਜਿਹੜਾ ਰਹਿਣ ਦਾ ਦਰਜਾ, ਜਿਹਨੂੰ ਆਪਾਂ ਕਹਿੰਦੇ ਸਟੈਂਡਰਡ ਲਿਵਿੰਗ ਹੈ, ਸਟੈਂਡਰਡ ਵੇ ਆਫ ਲਿਵਿੰਗ ਹੈ, ਉਹ ਸਹੀ ਹੋਣਾ ਚਾਹੀਦਾ। ਇਹ ਨਹੀਂ ਹੋਣਾ ਚਾਹੀਦਾ ਕਿ ਕੋਈ ਵਿਅਕਤੀ ਆ ਉਹਨੂੰ ਰਹਿਣ ਵਾਸਤੇ ਪ੍ਰੋਪਰ ਸਥਾਨ ਨਹੀਂ ਮਿਲ ਰਿਹਾ, ਜਾਂ ਉਹਨੂੰ ਖਾਣ ਵਾਸਤੇ ਪ੍ਰੋਪਰ ਭੋਜਨ ਨਹੀਂ ਮਿਲ ਰਿਹਾ, ਜਾਂ ਉਹ ਕਿਸੇ ਤਰ੍ਹਾਂ ਦੇ ਮਾਨਸਿਕ ਤੌਰ ਦੇ ਉੱਤੇ ਆਪਾਂ ਕਹਿ ਸਕਦੇ ਹਾਂ ਪ੍ਰੈਸ਼ਰ ਦੇ ਉੱਤੇ। ਇਹ ਸਾਰੀਆਂ ਗੱਲਾਂ ਤੋਂ ਜਿਹੜਾ ਸਾਡਾ ਆਰਟੀਕਲ 47 ਇਹ ਆ ਉਹ ਆਪਾਂ ਕਹਿ ਸਕਦੇ ਹਾਂ ਕਿ ਇਹ ਗੱਲ ਨੂੰ ਦਰਸਾਉਂਦਾ ਕਿ ਉਹਨੂੰ ਇੱਕ ਪ੍ਰੋਪਰ ਮਨੁੱਖ ਹੋਣ ਦਾ ਜਿਹੜਾ ਦਰਜਾ ਉਹ ਮਿਲਣਾ ਚਾਹੀਦਾ। ਇਸ ਤੋਂ ਬਾਅਦ ਸਾਡੇ ਗਾਂਧੀਵਾਦੀ ਪ੍ਰਿੰਸੀਪਲ ਨੇ ਜਿਹੜੇ ਉਹ ਆਉਂਦੇ ਨੇ। ਆਰਟੀਕਲ 40 ਦੇ ਵਿੱਚ ਆਪਾਂ ਜੇ ਗੱਲ ਕਰੀਏ ਕਿ ਜਿਹੜਾ ਸਾਡਾ ਪੰਚਾਇਤੀ ਸਿਸਟਮ ਹੈ, ਕਿ ਪਿੰਡਾਂ ਦੇ ਵਿੱਚ ਕੀ ਹੈ, ਉਹਨੂੰ ਗਵਰਨ ਕਰਨ ਵਾਸਤੇ ਪੰਚਾਇਤਾਂ ਦਾ ਰੂਲ ਹੋਣਾ ਚਾਹੀਦਾ। ਹੁਣ ਇੱਥੇ ਆਪਾਂ ਇੱਕ ਗੱਲ ਇਹ ਵੀ ਕਰ ਲਈ ਕਿ ਜਿਹੜਾ ਪੰਚਾਇਤੀ ਰਾਜ ਹੈ ਇਹ ਕਿਹੜੀ ਕਮੇਟੀ ਅਧੀਨ ਬਣਿਆ ਸੀਗਾ, ਤਾਂ ਅਸੀਂ ਯਾਦ ਰੱਖਣਾ ਕਿ ਬਲਵੰਤ ਰਾਏ ਕਮੇਟੀ ਸੀ ਜਿਹੜੀ, ਉਹਦੇ ਅਧੀਨ ਜਿਹੜਾ ਸਾਡੇ ਪੰਚਾਇਤੀ ਰਾਜ ਸਿਸਟਮ ਆ ਉਹ ਆਇਆ। ਅਤੇ ਇਹ ਸਾਡੇ ਸੰਵਿਧਾਨ ਦੇ ਵਿੱਚ 73ਵੀਂ ਸੋਧ ਹੋਈ ਸੀਗੀ 1992 ਦੇ ਵਿੱਚ। ਸਾਨੂੰ ਪੇਪਰ ਦੇ ਵਿੱਚ ਇਹ ਪੁੱਛਿਆ ਜਾਂਦਾ ਕਿ ਪੰਚਾਇਤੀ ਰਾਜ ਹੈ ਜਿਹੜਾ ਉਹ ਕਿਹੜੇ ਐਕਟ ਅਧੀਨ ਜਾਂ ਕਿਹੜੇ ਸੋਧ ਅਧੀਨ ਆਪਾਂ ਕਹਿ ਸਕਦੇ ਹਾਂ ਕਿ ਉਹਦਾ ਪ੍ਰਾਵਧਾਨ ਹੋਇਆ, ਤਾਂ ਅਸੀਂ ਯਾਦ ਰੱਖਣਾ ਕਿ 73ਵੀਂ ਸੋਧ ਹੋਈ ਸੀ ਜਿਹੜੀ 1992 ਦੇ ਵਿੱਚ। ਜੇਕਰ ਇਹ ਪੁੱਛ ਲਿਆ ਜਾਂਦਾ ਕਿ ਲਾਗੂ ਕਦੋਂ ਹੋਇਆ, ਤਾਂ ਇਹ ਲਾਗੂ ਹੋਇਆ ਸੀਗਾ 1993 ਦੇ ਵਿੱਚ। ਰਾਜਸਥਾਨ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਪੰਚਾਇਤੀ ਸਿਸਟਮ ਹੈ ਉਹਨੂੰ ਡਿਵੈਲਪ ਕੀਤਾ ਗਿਆ। ਆਰਟੀਕਲ 43 ਦੇ ਵਿੱਚ ਕੀ ਹੈ, ਟੂ ਪ੍ਰਮੋਟ ਕਾਟੇਜ ਇੰਡਸਟਰੀਜ਼ ਔਨ ਐਨ ਇੰਡੀਵਿਜੂਅਲ ਔਰ ਕੋਆਪਰੇਸ਼ਨ ਬੇਸ ਇਨ ਰੂਰਲ ਏਰੀਆਜ਼। ਕਿ ਜਿੰਨੇ ਵੀ ਸਾਡੇ ਆਪਾਂ ਕਹਿ ਸਕਦੇ ਹਾਂ ਰੂਰਲ ਏਰੀਆ ਨੇ, ਪੇਂਡੂ ਏਰੀਏ ਨੇ, ਉੱਥੇ ਕੀ ਹੈ ਇੰਡਸਟਰੀਆਂ ਹੋਣੀਆਂ ਚਾਹੀਦੀਆਂ ਨੇ, ਤਾਂ ਕਿ ਜਿਹੜੇ ਲੋਕ ਨੇ ਉੱਥੇ ਜਾ ਕੇ ਆਪਣੀ ਇਵਜ਼ ਵਜੋਂ ਆਪਣਾ ਮਿਹਨਤਾਨਾ ਪ੍ਰਾਪਤ ਕਰ ਸਕਣ, ਆਪਣੀ ਮਜ਼ਦੂਰੀ ਕਰ ਸਕਣ, ਜਾਂ ਉਹਨਾਂ ਦਾ ਉਤਪਾਦਨ ਵੱਧ ਸਕੇ। ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਜਿਹੜਾ ਸਟੈਂਡਰਡ ਲਿਵਿੰਗ ਹੈ ਉਹਦਾ ਕੀ ਹੈ ਪੱਧਰ ਹੈ ਜਿਹੜਾ ਉਹ ਉੱਚਾ ਉੱਠ ਸਕੇ। ਇਸ ਤਰ੍ਹਾਂ ਜਿਹੜੀਆਂ ਸਾਡੀਆਂ ਇੰਡਸਟਰੀਜ਼ ਨੇ ਉਹ ਹੋਣੀਆਂ ਚਾਹੀਦੀਆਂ ਨੇ। ਆਰਟੀਕਲ 43 ਦੇ ਵਿੱਚ ਕੀ ਹੈ ਕਿ ਟੂ ਪ੍ਰਮੋਟ ਦਾ ਕੋਆਪਰੇਟਿਵ ਸੁਸਾਇਟੀਜ਼, ਕਿ ਜਿਹੜੀਆਂ ਸਾਡੀਆਂ ਕੋਆਪਰੇਟਿਵ ਸੁਸਾਇਟੀ ਨੇ ਇਹਨਾਂ ਨੂੰ ਵੱਧ ਤੋਂ ਵੱਧ ਪ੍ਰਮੋਟ ਕਰਨਾ ਆਰਟੀਕਲ 43 ਦੇ ਅਧੀਨ ਆਉਂਦਾ। ਆਰਟੀਕਲ 46 ਦੇ ਵਿੱਚ ਕੀ ਹੈ ਕਿ ਜਿਹੜੇ ਸਾਡੇ ਐਸਸੀ ਤਬਕਾ ਹੈ ਜਾਂ ਸਾਡੇ ਸ਼ਡਿਊਲ ਟ੍ਰਾਈਬ ਤਬਕਾ ਹੈਗਾ, ਉਹਨਾਂ ਦੇ ਜਿਹੜੇ ਐਜੂਕੇਸ਼ਨਲ ਅਤੇ ਆਰਥਿਕ ਇੰਟਰਸਟ ਨੇ ਉਹਨਾਂ ਨੂੰ ਪ੍ਰਮੋਟ ਕਰਨਾ, ਅਤੇ ਜਿਹੜੇ ਹੋਰ ਵੀ ਸਾਡੇ ਵੀਕਰ ਸੈਕਸ਼ਨ ਸੁਸਾਇਟੀ ਦੇ ਵਿੱਚ ਕਿ ਉਹਨਾਂ ਨਾਲ ਸਮਾਜਿਕ ਤੌਰ 'ਤੇ ਉਹਨਾਂ ਨੂੰ ਨਿਆਂ ਮਿਲੇ ਪ੍ਰੋਪਰ, ਅਤੇ ਉਹਨਾਂ ਦੇ ਵਿਰੁੱਧ ਕਿਸ ਤਰ੍ਹਾਂ ਦਾ ਕੋਈ ਸ਼ੋਸ਼ਣ ਨਾ ਹੋਵੇ, ਜੋ ਆਪਣੇ ਆਰਥਿਕ ਪੱਧਰ ਦੇ ਉੱਤੇ ਉੱਚੇ ਉੱਠ ਸਕਣ ਅਤੇ ਆਪਣੀ ਜਿਹੜੀ ਐਜੂਕੇਸ਼ਨ ਹੈ ਉਹਨੂੰ ਉਹ ਪ੍ਰਾਪਤ ਕਰ ਸਕਣ। ਇਹ ਆਰਟੀਕਲ 46 ਕਹਿੰਦਾ। ਆਰਟੀਕਲ 47 ਦੇ ਵਿੱਚ ਇਹ ਗੱਲ ਹੈ ਕਿ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਲਿਕੁਇਡ ਹੈ, ਕੋਈ ਵੀ ਇਸ ਤਰ੍ਹਾਂ ਦਾ ਅਲਕੋਹਲ ਵਗੈਰਾ ਜਾਂ ਇਸ ਤਰ੍ਹਾਂ ਦੀਆਂ ਡਰੱਗਸ ਨੇ ਜਿਹੜੀਆਂ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ, ਇਹਦੀ ਕੰਜਪਸ਼ਨ ਹੈ ਇਹਦੇ ਉੱਤੇ ਕੀ ਹੋਣੀ ਚਾਹੀਦੀ ਹੈ, ਮਨਾਹੀ ਹੋਣੀ ਚਾਹੀਦੀ ਹੈ। ਆਰਟੀਕਲ 48 ਦੇ ਵਿੱਚ ਕੀ ਹੈ ਕਿ ਜਿਹੜਾ ਸਾਡਾ ਖੇਤੀਬਾੜੀ ਹੈ, ਖੇਤੀਬਾੜੀ ਦੀ ਪ੍ਰੋਪਰ ਇੱਕ ਔਰਗਨਾਈਜੇਸ਼ਨ ਹੋਣੀ ਚਾਹੀਦੀ ਹੈ, ਕਿ ਉਹਦਾ ਆਪਾਂ ਕਹਿ ਸਕਦੇ ਹਾਂ ਕਿ ਪ੍ਰੋਪਰ ਪੈਟਰਨ ਹੋਣਾ ਚਾਹੀਦਾ। ਇਹ ਨਹੀਂ ਕਿ ਜਿਵੇਂ ਚੱਲ ਰਿਹਾ ਸਿਸਟਮ ਉਵੇਂ ਚੱਲਦਾ ਰਹੇ। ਐਗਰੀਕਲਚਰ ਦੇ ਉਹਨੂੰ ਪ੍ਰੋਪਰ ਜਿਹੜੇ ਬੀਜ ਪ੍ਰਾਪਤ ਹੋਣੇ ਚਾਹੀਦੇ ਨੇ, ਉਹਨਾਂ ਨੂੰ ਬਣਦੇ ਕੀਟਨਾਸ਼ਕ ਨੇ ਜਿਹੜੇ ਉਹ ਹੋਣੇ ਚਾਹੀਦੇ ਨੇ, ਅਤੇ ਜਿਹੜੀ ਐਨੀਮਲ ਹਸਬੈਂਡਰੀ ਹੈ ਜਾਂ ਆਪਾਂ ਕਹਿੰਦੇ ਪਸ਼ੂ ਪਾਲਣ ਉਦਯੋਗ ਹੈ ਇਹਨੂੰ ਵੱਧ ਤੋਂ ਵੱਧ ਉਤਸ਼ਾਹ ਦੇਣਾ ਚਾਹੀਦਾ, ਤਾਂ ਕਿ ਜਿਹੜੇ ਪਿੰਡਾਂ ਦੇ ਵਿੱਚ ਵੱਸਦੇ ਲੋਕ ਨੇ ਉਹਨਾਂ ਦੀ ਜਿਹੜੀ ਆਰਥਿਕ ਤੋਂ ਉਹਨਾਂ ਦਾ ਸਟੈਂਡਰਡ ਹੈ ਉਹ ਵੱਧ ਸਕੇ। ਇਹ ਆਰਟੀਕਲ 48 ਦੇ ਵਿੱਚ ਹੈ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਜਿਹੜੇ ਸਾਡੇ ਆਧਾਰਵਾਦੀ ਪ੍ਰਿੰਸੀਪਲ ਨੇ। ਆਧਾਰਵਾਦੀ ਪ੍ਰਿੰਸੀਪਲ ਦੇ ਵਿੱਚ ਕੀ ਹੈਗਾ ਕਿ ਸਾਡਾ ਆਰਟੀਕਲ 44 ਦੀ ਆਪਾਂ ਜੇ ਗੱਲ ਕਰੀਏ
ਕਿ ਜਿੰਨੇ ਸਾਡੇ ਦੇਸ਼ ਦੇ ਵਿੱਚ ਨਾਗਰਿਕ ਨੇ, ਜਿਹੜੇ ਸਾਡੇ ਸਿਟੀਜ਼ਨ ਨੇ, ਉਹਨਾਂ ਦੇ ਪ੍ਰੋਪਰ ਇੱਕ ਯੂਨੀਵਰਸਲ ਸਿਵਲ ਕੋਡ ਲੱਗਣਾ ਚਾਹੀਦਾ। ਯੂਨੀਵਰਸਲ ਸਿਵਲ ਕੋਡ ਦਾ ਮਤਲਬ ਕੀ ਹੈ ਕਿ ਸਾਰੇ ਵਿਅਕਤੀਆਂ ਨੂੰ ਇੱਕ ਨਜ਼ਰ ਨਾਲ ਦੇਖਣਾ, ਕਿ ਇੱਕੋ ਜਿਹਾ ਕਾਨੂੰਨ ਉਹਨਾਂ 'ਤੇ ਲਾਗੂ ਹੋਣਾ। ਇਹ ਨਹੀਂ ਹੈ ਕਿ ਕਿਸੇ ਵਿਅਕਤੀ ਦਾ ਕੋਈ ਭਾਸ਼ਾਈ ਆਧਾਰ ਹੋਰ ਹੈ, ਉਹਦਾ ਰੰਗ ਹੋਰ ਹੈ, ਉਹਦਾ ਨਸਲ ਹੋਰ ਹੈ, ਉਹਦੀ ਜਾਤ ਹੋਰ ਹੈ, ਉਹਦੀ ਕੌਮ ਹੋਰ ਹੈ, ਤਾਂ ਕਰਕੇ ਉਹਦੇ ਨਾਲ ਕੋਈ ਵਿਤਕਰਾ ਕੀਤਾ ਜਾਵੇ। ਇਸ ਤਰ੍ਹਾਂ ਦਾ ਬਿਲਕੁਲ ਨਹੀਂ ਹੈ। ਸਾਰਿਆਂ ਉੱਤੇ ਕੀ ਹੈ ਕਿ ਯੂਨੀਵਰਸਲ ਜਿਹੜਾ ਸਿਵਲ ਕੋਡ ਹੈ ਉਹ ਲੱਗਣਾ ਚਾਹੀਦਾ, ਕਿ ਸਾਰਿਆਂ ਨੂੰ ਬਰਾਬਰ ਦਾ, ਜਿਹੜਾ ਆਰਟੀਕਲ 'ਚ ਆਪਾਂ 14 ਪੜ੍ਹਿਆ ਜਦੋਂ ਮੌਲਿਕ ਅਧਿਕਾਰਾਂ ਦੀ ਗੱਲ ਕੀਤੀ, ਕਿ ਸਭ ਨੂੰ ਸਮਾਨਤਾ ਪ੍ਰਾਪਤ ਹੋਣੀ ਚਾਹੀਦੀ ਹੈ। ਇਸ ਤੋਂ ਬਾਅਦ ਆਰਟੀਕਲ 45 ਹੈ। ਆਰਟੀਕਲ 45 ਦੇ ਵਿੱਚ ਫ੍ਰੀ ਅਤੇ ਕੰਪਲਸਰੀ ਐਜੂਕੇਸ਼ਨ ਹੈ ਜਿਹੜੀ ਬੱਚਿਆਂ ਨੂੰ ਮਿਲਣੀ ਚਾਹੀਦੀ ਹੈ। ਇਹ ਆਪਾਂ ਨੇ ਜਦੋਂ ਆਪਾਂ ਮੌਲਿਕ ਕਰਤੱਵਾਂ ਦਾ ਚੈਪਟਰ ਕੀਤਾ ਸੀਗਾ, ਕਿ ਸਵਰਨ ਸਿੰਘ ਕਮੇਟੀ ਬਣੀ ਸੀ ਜਿਹੜੀ ਸਾਡੇ ਮੌਲਿਕ ਕਰਤੱਵਾਂ ਵਾਸਤੇ। 42ਵੀਂ ਸੋਧ ਹੁੰਦੀ ਹੈ 1976 ਦੇ ਵਿੱਚ। ਉਦੋਂ ਜਿਹੜੇ ਸਾਡੇ ਮੌਲਿਕ ਕਰਤੱਵ ਉਹ ਜੋੜੇ ਗਏ ਸੀ। ਉਸ ਟਾਈਮ ਉਹਨਾਂ ਦੀ ਗਿਣਤੀ 10 ਸੀ, ਪਰ ਹੁਣ 11 ਹੈ। ਅਤੇ ਜਿਹੜਾ 11ਵਾਂ ਮੌਲਿਕ ਕਰਤੱਵ ਉਹ ਇਹੀ ਹੈ ਕਿ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਫॉर ਚਿਲਡਰਨ। ਜਿਹੜਾ ਆਪਾਂ ਦੇਖਿਆ ਸੀਗਾ ਕਿ 86ਵੀਂ ਜਿਹੜੀ ਸੋਧ ਹੋਈ ਸੀਗੀ, ਉਹਦੇ ਰਾਹੀਂ ਇਹ ਜੋੜਿਆ ਗਿਆ ਸੀਗਾ। ਆਰਟੀਕਲ 48 ਦੇ ਵਿੱਚ ਕੀ ਹੈਗਾ ਕਿ ਐਗਰੀਕਲਚਰ ਅਤੇ ਐਨੀਮਲ ਹਸਬੈਂਡਰੀ ਹੈ ਜਿਹੜਾ, ਉਹਨੂੰ ਇੱਕ ਆਧੁਨਿਕਤਾ ਉਹਦਾ ਰੂਪ ਦੇਣਾ, ਉਹਨੂੰ ਸਾਇੰਟੀਫਿਕ ਲੈਂਸ ਦੇ ਉੱਤੇ ਲੈ ਕੇ ਆਉਣਾ। ਆਰਟੀਕਲ 48 ਦੇ ਵਿੱਚ ਇਹ ਹੈ ਕਿ ਜਿੰਨੇ ਸਾਡੇ এনवायरमेंट ਹੈ ਇਹਦੀ ਸੇਫਟੀ ਰੱਖਣੀ, ਇੱਥੋਂ ਜਿਹੜੇ ਜੰਗਲ ਨੇ, ਜੰਗਲਾਂ ਦੇ ਵਿੱਚ ਵਾਸ ਕਰਦੇ ਜੀਵ ਨੇ, ਉਹਨਾਂ ਨੂੰ ਪ੍ਰੋਟੈਕਸ਼ਨ ਦੇਣੀ। ਇਹ ਆਰਟੀਕਲ 48A ਦੇ ਅਧੀਨ ਆਉਂਦਾ ਹੈਗਾ। ਆਰਟੀਕਲ 49 ਦੇ ਵਿੱਚ ਆਪਾਂ ਗੱਲ ਕਰੀਏ ਕਿ ਜਿੰਨੇ ਸਾਡੇ ਸਮਾਰਕ ਨੇ, ਜਿੰਨੇ ਸਾਡੇ ਕਲਾ ਦੇ ਖੇਤਰ ਦੇ ਵਿੱਚ, ਇਤਿਹਾਸਕ ਖੇਤਰ ਦੇ ਵਿੱਚ ਕੋਈ ਵੀ ਨੈਸ਼ਨਲ ਇੰਪੋਰਟੈਂਸ ਵਾਲੀ ਚੀਜ਼ ਹੈ, ਉਹਦੀ ਬਣਦੀ ਪ੍ਰਜ਼ਰਵੇਸ਼ਨ ਕਰਨੀ, ਉਹਦੀ ਸੁਰੱਖਿਆ ਕਰਨੀ, ਇਹ ਆਰਟੀਕਲ 49 ਅਧੀਨ ਹੈ। ਆਰਟੀਕਲ 50 ਦੇ ਵਿੱਚ ਕੀ ਹੈ ਕਿ ਜਿਹੜੀ ਸਾਡੀ ਕਾਰਜਪਾਲਿਕਾ ਅਤੇ ਜਿਹੜੀ ਸਾਡੀ ਨਿਆਂਪਾਲਿਕਾ ਹੈ, ਉਹਨਾਂ ਦਾ ਇੱਕ ਸਪਰੇਟ ਹੋਣਾ ਚਾਹੀਦਾ, ਕਿ ਦੋਨਾਂ ਦਾ ਇੱਕ ਦੂਜੇ 'ਤੇ ਪ੍ਰੈਸ਼ਰ ਨਹੀਂ ਹੋਣਾ ਚਾਹੀਦਾ। ਕਿਉਂਕਿ ਨਿਆਂਪਾਲਿਕਾ ਦਾ ਸੰਬੰਧ ਹੀ ਸਿੱਧਾ ਇਹ ਹੈ ਕਿ ਜੇ ਨਿਆਂਪਾਲਿਕਾ ਸੁਤੰਤਰ ਹੋਊਗੀ ਫਿਰ ਹੀ ਉਹ ਲੋਕਾਂ ਦੇ ਮੁਤਾਬਕ ਜਿਹੜੇ ਨਤੀਜੇ ਦੇ ਸਕਦੀ ਹੈ। ਜੇਕਰ ਉੱਤੇ ਕਿਸ ਤਰ੍ਹਾਂ ਦਾ ਕੋਈ ਪ੍ਰੈਸ਼ਰ ਹੋਊਗਾ ਤਾਂ ਉਹ ਜਿਹੜੇ ਬਣਦਾ ਇਨਸਾਫ ਆ ਉਹ ਨਹੀਂ ਦੇ ਸਕਦੀ। ਤਾਂ ਆਰਟੀਕਲ 50 ਵੀ ਇਹੀ ਕਹਿੰਦਾ ਹੈਗਾ ਕਿ ਜਿਹੜਾ ਸਾਡਾ ਕਾਰਜਪਾਲਕ ਹੈ ਅਤੇ ਜਿਹੜੀ ਸਾਡੀ ਜੁਡੀਸ਼ਰੀ ਹੈ, ਇਹ ਅਲੱਗ-ਅਲੱਗ ਹੋਣੀ ਚਾਹੀਦੀ ਹੈ। ਆਰਟੀਕਲ 51 ਦੇ ਵਿੱਚ ਇਹ ਹੈ ਕਿ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸ਼ਾਂਤੀ ਬਣਾ ਕੇ ਰੱਖਣਾ, ਸਿਕਿਉਰਿਟੀ ਬਣਾ ਕੇ ਰੱਖਣਾ, ਤਾਂ ਜੋ ਜਿਹੜਾ ਪੂਰਾ ਸਾਡਾ ਗਲੋਬਲੀ ਪਿੰਡ ਜਿਹਨੂੰ ਅਸੀਂ ਬੋਲਦੇ ਹਾਂ, ਕਿ ਉੱਥੇ ਜਿਹੜੀ ਹੈ ਸੁੱਖ ਸ਼ਾਂਤੀ ਆ ਉਹ ਵਰਤੀ ਰਹੇ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਜਿਹੜੇ ਸਾਡੇ ਨਵੇਂ ਡਾਇਰੈਕਟਿਵ ਪ੍ਰਿੰਸੀਪਲ ਨੇ। ਇਹ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ, ਕੋਈ ਗਾਂਧੀਵਾਦੀ ਦੇ ਅਧੀਨ ਪੜ੍ਹ ਚੁੱਕੇ ਹਾਂ, ਆਧਾਰਵਾਦੀ ਅਧੀਨ ਪੜ੍ਹ ਚੁੱਕੇ ਹਾਂ, ਜਾਂ ਜਿਹੜੇ ਸਾਡੇ ਸਮਾਜਵਾਦੀ ਸਿਧਾਂਤ ਨੇ ਉਹਨਾਂ ਅਧੀਨ ਪੜ੍ਹ ਚੁੱਕੇ ਹਾਂ। ਪਰ ਉੱਥੇ ਆਪਾਂ ਯਾਦ ਰੱਖਣਾ ਕਿ ਕਿਹੜੇ-ਕਿਹੜੇ ਆਰਟੀਕਲ ਨੇ ਜਿਹੜੇ ਕਿਹੜੀ-ਕਿਹੜੀ ਸੋਧ ਅਧੀਨ ਨੇ ਜਿਹੜੇ ਜੁੜੇ ਗਏ ਨੇ। ਆਪਾਂ ਗੱਲ ਕਰੀਏ ਜੇ ਜਿਹੜੀ ਸਾਡੀ 42ਵੀਂ ਸੋਧ ਹੋਈ 1976 ਦੇ ਵਿੱਚ, ਉਹਦੇ ਰਾਹੀਂ ਕਿਹੜੇ-ਕਿਹੜੇ ਆਰਟੀਕਲ ਜੁੜੇ ਗਏ ਨੇ। ਇੱਕ ਤਾਂ ਆਰਟੀਕਲ 39 ਜੋੜਿਆ ਗਿਆ ਕਿ ਸਾਰੇ ਜਿਹੜੇ ਸਾਡੇ ਬੱਚੇ ਨੇ ਉਹਨਾਂ ਦੀ ਹੈਲਥ ਵਾਸਤੇ, ਹੈਲਥ ਡਿਵੈਲਪਮੈਂਟ ਵਾਸਤੇ ਉਹਨਾਂ ਨੂੰ ਪ੍ਰੋਪਰ ਓਪਰਚੁਨਿਟੀਜ਼ ਮਿਲਣ। ਜਿਵੇਂ ਆਪਾਂ ਕਹਿੰਦੇ ਹਾਂ ਕਿ ਛੋਟੇ ਬੱਚੇ ਨੂੰ ਪੋਲੀਓ ਦੀਆਂ ਬੂੰਦੀਆਂ ਪਿਆਉਣੀਆਂ, ਉਹਨਾਂ ਦਾ ਟੀਕਾਕਰਨ ਕਰਵਾਉਣਾ ਅਤੇ ਉਹਨਾਂ ਨੂੰ ਬਣਦੀ ਨਿਊਟ੍ਰੀਸ਼ਨ ਦੇਣੀ। ਇਹ ਆਰਟੀਕਲ 39 ਦੇ ਵਿੱਚ ਆਉਂਦਾ ਕਿ ਬੱਚਿਆਂ ਦਾ ਜਿਹੜਾ ਪ੍ਰੋਪਰ ਆ ਵਿਕਾਸ ਹੋ ਸਕੇ। ਆਰਟੀਕਲ 39A ਦੇ ਵਿੱਚ ਆਪਾਂ ਦੇਖਿਆ ਸੀਗਾ ਕਿ ਜਿਹੜੇ ਵਿਅਕਤੀ ਨੇ ਉਹਦਾ ਕੋਈ ਕਿਸੇ ਤਰ੍ਹਾਂ ਦਾ ਅਧਿਕਾਰ ਆ ਜਿਹੜਾ ਉਹ ਵਾਇਲੇਟ ਹੋਇਆ, ਅਤੇ ਉਹ ਬੰਦਾ ਆਪਾਂ ਕਹਿ ਸਕਦੇ ਹਾਂ ਕਿ ਕੋਰਟ ਦੇ ਵਿੱਚ ਜਾ ਕੇ ਫੀਸ ਜਿਹੜੀ ਭਰਨ ਦੇ ਯੋਗ ਨਹੀਂ ਹੈ, ਤਾਂ ਇਹੋ ਜਿਹੇ ਵਿਅਕਤੀਆਂ ਨੂੰ ਜਿਹੜਾ ਲੀਗਲ ਏਡ ਹੈ ਉਹ ਫ੍ਰੀ ਪ੍ਰਾਪਤ ਕਰਾਉਣੀ, ਤਾਂ ਕਿ ਜਿਹੜਾ ਉਹਨੂੰ ਜਿਹੜਾ ਨਿਆਂ ਗਾ ਉਹ ਮਿਲ ਸਕੇ। ਆਰਟੀਕਲ 43A ਦੀ ਆਪਾਂ ਗੱਲ ਕੀਤੀ ਕਿ ਜਿੰਨੀਆਂ ਵੀ ਸਾਡੀਆਂ ਇੰਡਸਟਰੀਜ਼ ਨੇ ਉਹਨਾਂ ਦੇ ਵਿੱਚ ਪਾਰਟੀਸਪੇਸ਼ਨ ਕਰਨ ਦੀ ਉਹਨਾਂ ਨੂੰ ਪ੍ਰੋਪਰ ਖੁੱਲ੍ਹ ਹੋਣੀ ਚਾਹੀਦੀ ਹੈ। 48A ਦੇ ਵਿੱਚ ਆਪਾਂ ਦੇਖਿਆ ਕਿ ਜਿੰਨਾ ਸਾਡਾ এনवायरमेंट ਹੈ ਉਹਦੀ ਸੇਫਟੀ ਕਰਨੀ, ਜਿੰਨੇ ਸਾਡਾ ਜੰਗਲੀ ਜੀਵਨ ਹੈ, ਉਹਦੇ ਫਾਰੈਸਟ ਨੇ, ਉਹਦੇ ਵਿੱਚ ਰਹਿਣ ਵਾਲੇ ਜੀਵ ਨੇ, ਉਹਨਾਂ ਦੀ ਸੁਰੱਖਿਆ ਕਰਨੀ ਆਰਟੀਕਲ 48A ਦੇ ਵਿੱਚ ਸੀਗਾ। ਇਹ ਜਿਹੜੀ ਆਪਾਂ ਪਹਿਲਾਂ ਸਾਰੀ ਗੱਲ ਕੀਤੀ। ਆਰਟੀਕਲ ਆਪਾਂ ਕਹਿ ਸਕਦੇ ਜਿਹੜੀ ਸਾਡੀ ਅਮੈਂਡਮੈਂਟ ਹੋਈ ਸੀ 42ਵੀਂ 1976 ਦੇ ਵਿੱਚ, ਜਿਹਨੂੰ ਅਸੀਂ ਲਘੂ ਸੰਵਿਧਾਨ ਵੀ ਬੋਲਦੇ ਹਾਂ, ਉਹਦੇ ਅਧੀਨ ਆਏ ਨੇ। ਅਤੇ ਹੁਣ ਆਪਾਂ ਆਰਟੀਕਲ 38 ਦੀ ਆਪਾਂ ਜੇ ਗੱਲ ਕਰੀਏ ਤਾਂ ਜਿਹੜੀ ਸਾਡੀ 44ਵੀਂ ਸੋਧ ਹੋਈ 1978 ਦੇ ਵਿੱਚ, ਜਿਹਦੇ ਰਾਹੀਂ ਜਿਹੜਾ ਸਾਡਾ 7ਵਾਂ ਮੌਲਿਕ ਅਧਿਕਾਰ ਸੀਗਾ, ਸੰਪਤੀ ਦਾ ਅਧਿਕਾਰ ਸੀਗਾ, ਉਹਨੂੰ ਡਿਲੀਟ ਕੀਤਾ ਗਿਆ। ਆਪਾਂ ਕਹਿ ਸਕਦੇ ਹਾਂ ਮੌਲਿਕ ਅਧਿਕਾਰਾਂ ਦੇ ਚੈਪਟਰ ਦੇ ਵਿੱਚੋਂ, ਅਤੇ ਉਹਨੂੰ ਇੱਕ ਕਾਨੂੰਨੀ ਅਧਿਕਾਰ ਬਣਾਇਆ ਗਿਆ। ਤਾਂ ਜਿਹੜਾ ਆਰਟੀਕਲ 38 ਹੈ ਕਿ ਹਰੇਕ ਵਿਅਕਤੀ ਨੂੰ ਕੀ ਹੈਗਾ ਪ੍ਰੋਪਰ ਸਟੇਟਸ, ਉਹਦਾ ਪ੍ਰੋਪਰ ਫੈਸਿਲਿਟੀਜ਼ ਜਾਂ ਉਹਦੇ ਮੌਕੇ ਨੂੰ ਪ੍ਰਦਾਨ ਹੋਣ, ਅਤੇ ਜਿਹੜਾ ਉਹਨਾਂ ਦਾ ਘੱਟ ਇਨਕਮ ਦਾ ਖੱਪਾ ਹੈ ਅਮੀਰ ਅਤੇ ਗਰੀਬੀ ਦਾ, ਉਹਨੂੰ ਵੱਧ ਤੋਂ ਗਾਹਾਂ ਮਤਲਬ ਆਪਾਂ ਕਹਿ ਸਕਦੇ ਹਾਂ ਘਟਾਇਆ ਜਾਵੇ, ਵਧਾਇਆ ਨਾ ਜਾਵੇ, ਘਟਾਇਆ ਜਾਵੇ, ਤਾਂ ਕਿ ਜਿਹੜਾ ਉਹ ਨੀਵਾਂ ਬੰਦਾ ਉਹ ਵੀ ਉੱਪਰ ਉੱਠ ਸਕੇ। ਆਰਟੀਕਲ 38 ਦੀ ਆਪਾਂ ਗੱਲ ਕਰੀਏ 44ਵੀਂ ਸੋਧ ਰਾਹੀਂ ਜਿਹੜਾ ਉਹ ਜੋੜਿਆ ਗਿਆ। ਫਿਰ ਸਾਡਾ 43B ਹੈ ਜਿਹੜਾ 97ਵੀਂ ਸੋਧ ਹੁੰਦੀ ਹੈ 2011 ਦੇ ਵਿੱਚ, ਇਹਦੇ ਰਾਹੀਂ ਜੋੜਿਆ ਗਿਆ। ਇਹਦੇ ਵਿੱਚ ਕੀ ਹੈਗਾ ਕਿ ਟੂ ਪ੍ਰਮੋਟ ਵਲੰਟਰੀ ਫਾਰਮੇਸ਼ਨ ਆਟੋਨੋਮੀਸ ਫੰਕਸ਼ਨਿੰਗ
ਡੈਮੋਕ੍ਰੇਟਿਕ ਕੰਟਰੋਲ ਐਂਡ ਪ੍ਰੋਫੈਸ਼ਨਲ ਮੈਨੇਜਮੈਂਟ ਆਫ ਕੋਆਪਰੇਟਿਵ ਸੁਸਾਇਟੀਜ਼, ਕਿ ਜਿਹੜੀਆਂ ਕੋਆਪਰੇਟਿਵ ਸੁਸਾਇਟੀਜ਼ ਨੇ ਉਹਨਾਂ ਦਾ ਜਿਹੜਾ ਮੈਨੇਜਮੈਂਟ ਹੈ ਪ੍ਰੋਫੈਸ਼ਨਲੀ ਤੌਰ ਦੇ ਉੱਤੇ, ਅਤੇ ਡੈਮੋਕ੍ਰੇਟਿਕ ਰੂਲ ਹੋਵੇ ਉੱਤੇ। ਇਹ ਨਹੀਂ ਕਿ ਕਿਸੇ ਦੀ ਆਟੋਨਸ ਬਾਡੀ ਦਾ ਉੱਤੇ ਰੂਲ ਹੋਵੇ ਕਿ ਇੱਕ ਬੰਦੇ ਦੇ ਆਪਾਂ ਕਹਿ ਸਕਦੇ ਹਾਂ ਹੱਥ ਦੇ ਵਿੱਚ ਕਮਾਂਡ ਆ ਗਈ ਅਤੇ ਉਹ ਆਪਦੇ ਬੰਦਿਆਂ ਦਾ ਜਿਹੜਾ ਭਲਾ ਕਰੀ ਜਾਵੇ ਅਤੇ ਬਾਕੀ ਬੰਦਿਆਂ ਨੂੰ ਸੋਚੇ ਹੀ ਨਾ। ਅਤੇ 43(20) ਦੇ ਵਿੱਚ ਆਉਂਦਾ ਕਿ ਇੱਕ ਇਸ ਤਰ੍ਹਾਂ ਦੀਆਂ ਜਿਹੜੀਆਂ ਕੋਆਪਰੇਟਿਵ ਸੁਸਾਇਟੀ ਨੇ ਇਹਨਾਂ ਲੋਕਾਂ ਨਾਲ ਤਾਲਮੇਲ ਬਣਿਆ ਰਹੇ, ਉਹ ਜੁੜਿਆ ਗਿਆ। ਸੋ ਦੋਸਤੋ, ਇਹ ਸੀ ਕਿ ਅੱਜ ਆਪਣੇ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ। ਇਹਦੇ ਵਿੱਚ ਆਪਾਂ ਇੱਕ ਵੱਡੀ ਗੱਲ ਹੈ ਜਿਹੜੀ ਉਹ ਯਾਦ ਰੱਖਣੀ ਹੈ, ਜਿੰਨੀਆਂ ਆਪਾਂ ਗੱਲਾਂ ਕੀਤੀਆਂ ਨੇ ਇਹ ਸਾਰੀਆਂ ਕੀ ਨੇ, ਨੌਨ ਜਸਟੀਫਾਈਕੇਬਲ ਨੇ, ਕਿ ਨਿਆਂਯੋਗ ਨਹੀਂ ਹੈਗੇ। ਜਿਹੜੇ ਸਾਡੇ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਨੇ ਇਹ ਨਿਆਂਯੋਗ ਨਹੀਂ ਹੈਗੇ। ਜੇਕਰ ਇਹਦੇ ਵਿੱਚੋਂ ਕਿਸੇ ਤਰ੍ਹਾਂ ਦੀ ਕੋਈ ਵਾਇਲੇਸ਼ਨ ਹੁੰਦੀ ਹੈ ਆਪਾਂ ਕੋਰਟ ਦੇ ਵਿੱਚ ਨਹੀਂ ਜਾ ਸਕਦੇ। ਇਹ ਸਿਰਫ ਕੀ ਨੇ, ਇੱਕ ਸਿਧਾਂਤ ਨੇ, ਇੱਕ ਇੰਸਟਰਕਸ਼ਨਾਂ ਨੇ ਕਿਸੇ ਵੀ ਰਾਜ ਵਾਸਤੇ, ਕਿ ਉਹਨਾਂ ਨੇ ਆਪਣਾ ਜਦੋਂ ਵੀ ਕੋਈ ਕਾਨੂੰਨ ਬਣਾਉਣਾ ਜਾਂ ਆਪਣੀ ਕੋਈ ਵੀ ਪਾਲਿਸੀ ਬਣਾਉਣੀ ਹੈ ਉਹਨੂੰ ਬਣਾਉਣ ਦੇ ਵੇਲੇ ਇਹਨਾਂ ਗੱਲਾਂ ਨੂੰ ਆਪਣੇ ਧਿਆਨ ਦੇ ਵਿੱਚ ਰੱਖਣਾ। ਤਾਂ ਆਪਾਂ ਇਹ ਯਾਦ ਰੱਖਣਾ, ਪੇਪਰ ਦੇ ਸਾਨੂੰ ਪੁੱਛ ਲਿਆ ਜਾਂਦਾ ਹੈ ਕਿ ਜਿਹੜੇ ਸਾਡੇ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਨੇ ਇਹ ਨਿਆਂਯੋਗ ਹੈਗੇ ਨੇ ਜਾਂ ਨਹੀਂ ਹੈਗੇ। ਤਾਂ ਇਹ ਨਿਆਂਯੋਗ ਨਹੀਂ ਹੈ। ਇਹਨਾਂ ਦਾ ਮੁੱਖ ਕੰਮ ਕੀ ਹੈ, ਇੱਕ ਕਲਿਆਣਕਾਰੀ ਸਮਾਜ ਦੀ ਸਥਾਪਨਾ ਕਰਨੀ। ਕਲਿਆਣਕਾਰੀ ਸਮਾਜ ਤੋਂ ਭਾਵ ਕੀ ਹੈ, ਇੱਕ ਕਿਸ ਤਰ੍ਹਾਂ ਦੀਆਂ ਹਦਾਇਤਾਂ ਨੇ ਕਿ ਜੇ ਤੁਸੀਂ ਕਾਨੂੰਨ ਬਣਾਓਗੇ ਤਾਂ ਇਹਨਾਂ ਨੂੰ ਆਪਦੇ ਧਿਆਨ ਹਿੱਤ ਰੱਖੋ, ਆਪਣੇ ਮਾਈਂਡ ਦੇ ਵਿੱਚ ਰੱਖੋ ਕਿ ਲੋਕਾਂ ਦਾ ਜਿਹੜਾ ਵੱਧ ਤੋਂ ਵੱਧ ਭਲਾ ਹੋ ਸਕੇ। ਸੋ ਦੋਸਤੋ, ਇਹ ਸੀ ਅੱਜ ਦੀ ਆਪਣੀ ਵੀਡੀਓ। ਉਮੀਦ ਕਰਦਾ ਕਿ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਵੇਗੀ। ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ ਅਤੇ ਵੱਧ ਸ਼ੇਅਰ ਵੀ ਕਰੋ। ਧੰਨਵਾਦ।